7 साल ਦੇ ਦੋਸ਼ੀ ਬਾਹਰ ਆ। ਮੈਂ ਇਹ ਸਮਝਦਾ ਤਾਂ ਸਰਕਾਰ 3 ਮਹੀਨੇ ਦਾ ਸਮਾਂ ਲੈ ਕੇ ਵੀ ਜੇ ਕੱਲ੍ਹ ਨੂੰ ਆ ਕੇ ਕਵੇ ਕਿ ਸਾਨੂੰ ਹੋਰ ਸਮਾਂ ਚਾਹੀਦਾ, ਫਿਰ ਫਿੱਟੇ ਮੂੰਹ ਹੈ ਸਰਕਾਰ ਦੇ। ਜੇ 7 ਸਾਲਾਂ ਦੇ ਵਿੱਚ ਹਜੇ ਇਹੀ ਕੋਟਾਂ ਡਿਸਾਈਡ ਕਰੀ ਜਾਂਦੀਆਂ ਵੀ ਹੈਗਾ ਕਿ ਨਹੀਂ ਹੈਗਾ, ਜਿਹੜੇ ਉਹਨਾਂ ਦੇ ਬਿਆਨਾਂ ਦੇ ਵਿੱਚ ਲਿਖਿਆ ਹੋਇਆ ਵੀ ਉਹਨਾਂ ਨੇ ਆਹ ਭੂਮਿਕਾ ਨਿਭਾਈ ਆ, ਤੇ ਉਹਦੇ ਆਧਾਰ ਤੇ ਸਜ਼ਾ ਦੇ ਕੇ ਤੁਸੀਂ ਕੇਸ ਖਤਮ ਕਰੋ। ਪੰਜਾਬ ਦੇ ਲੋਕਾਂ ਨੂੰ ਕਿਉਂ ਖੱਜਲ ਖੁਆਰ ਕਰ ਰਹੇ ਹੋ? ਦੂਸਰੀ ਗੱਲ, ਪੰਜਾਬ ਦੇ ਵਿੱਚ ਕਿਸੇ ਵੀ ਧਰਮ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ, ਉਹ ਚਾਹੇ ਕੋਈ ਵੀ ਧਰਮ ਆ। ਉਹਦੇ 'ਚ ਕਾਨੂੰਨ ਤੇ ਇਦਾਂ ਦੇ ਹੋਣੇ ਚਾਹੀਦੇ ਆ ਕਿ ਬੰਦੇ ਨੂੰ ਸਜ਼ਾ ਇਹ ਮੌਤ ਤੱਕ ਹੋਵੇ। ਤੇ ਸ਼ਾਂਤਮਈ ਬੈਠਿਆਂ ਨੂੰ ਵੀ ਜੇ ਇਨਸਾਫ ਨਹੀਂ ਦੇ ਸਕਦੇ ਤਾਂ ਫਿਰ ਰੱਬ ਹੀ ਰਾਖਾ, ਮੈਂ ਸਮਝਦਾ, ਮੇਰੀ ਕੌਮ ਦਾ ਤੇ ਦੇਸ਼ ਦਾ। ਇੱਕ ਮਾਂ ਦਾ ਪੁੱਤ ਗਿਆ, ਬਹੁਤ ਦੁੱਖ ਹੈ। ਮੂਸੇ ਪਿੰਡ ਦਾ ਨੌਜਵਾਨ ਸੀਗਾ, ਕਲਾਕਾਰ ਸੀਗਾ, ਉਹਨੂੰ ਮਾਰਿਆ ਗਿਆ। ਉਹ ਰੱਬ ਜਾਣਦਾ ਜਾਂ ਕੀ ਸੀ, ਕਿਵੇਂ ਮਾਰਿਆ ਗਿਆ, ਪਰ ਉਹਦੀ ਕੋਈ ਫੋਟੋ ਨਹੀਂ ਵਾਇਰਲ ਹੋਈ, CCTV ਵਾਇਰਲ ਨਹੀਂ ਹੋਈਆਂ। ਉਹਦੇ ਇਨਵੈਸਟੀਗੇਸ਼ਨ ਵਿੱਚ ਕੜੀ ਜੁੜਦੀ ਗਈ ਆ ਤੇ ਅੱਜ ਤੋਂ 20+ ਗ੍ਰਿਫਤਾਰੀਆਂ ਅੱਜ ਹੋ ਚੁੱਕੀਆਂ, ਜਿਹਦੇ 'ਚ ਜਿਹਨੇ ਮਾਰਿਆ, ਜਿਹਨੇ ਮਰਵਾਇਆ, ਜਿਹਨੇ ਚਲਾਈਆਂ, ਜਿਹਨੇ ਸਿੱਖਿਆ ਲਈ ਸਾਰਾ ਕੁਝ ਹੋਇਆ, ਜਿਹਨੇ ਰੇਕੀ ਤੱਕ ਕੀਤੀ। ਉਹ ਚੀਜ਼ਾਂ ਸਾਹਮਣੇ ਆ ਸਕਦੀਆਂ ਜੇ ਸਿਸਟਮ ਉਹ ਚੀਜ਼ਾਂ ਸਾਹਮਣੇ ਲਿਆ ਸਕਦਾ। ਤੇ ਯਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ 7 ਸਾਲ ਹੋ ਗਏ ਆ। ਬੇਅਦਬੀ ਕਰਨ ਵਾਲੇ ਮੰਨੀ ਜਾਂਦੇ ਆ ਵੀ ਅਸੀਂ ਕੀਤੀ ਆ, ਅਸੀਂ ਕਰਵਾਈ ਆ। ਸਰਕਾਰਾਂ ਦੇ ਵਿੱਚ ਗੋਲੀਆਂ ਚਲਾਉਣ ਵਾਲੇ ਆਇਡੈਂਟੀਫਾਈਡ ਬੰਦੇ ਆ, ਜਿਹੜੇ ਮੁਲਾਜ਼ਮ ਆ, ਉਹ ਮੰਨੀ ਜਾਂਦੇ ਆ ਵੀ ਅਸੀਂ ਗੋਲੀ ਚਲਾਈ ਆ, ਅਸੀਂ ਇੱਥੇ ਫਲਾਣੇ ਬੰਦੇ ਸੀਗੇ। ਤਾਂ ਫਿਰ 7 ਸਾਲ ਦਾ CCTV ਵੀ ਆ, ਸਾਰਾ ਕੁਝ ਆ, ਬਿਆਨ ਵੀ ਆ, ਤੇ ਉਹਨਾਂ ਤੇ ਕਾਰਵਾਈ ਕਿਉਂ ਨਹੀਂ? ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਰਹਿਮਤ TV ਦੇ ਨਾਲ। ਮੈਂ ਹਾਂ ਆਕਾਂक्षा। ਇਸ ਵੇਲੇ ਬਰਗਾੜੀ ਇਨਸਾਫ ਮੋਰਚੇ ਤੇ ਮੈਂ ਮੌਜੂਦ ਹਾਂ ਅਤੇ ਕੁਝ ਦਿਨ ਪਹਿਲਾਂ, ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਬੇਅਦਬੀ ਮਾਮਲੇ ਦੇ ਵਿੱਚ ਕੋਰਟ ਦਾ ਫੈਸਲਾ ਆਇਆ ਔਰ ਉਹਦੇ ਵਿੱਚ ਜਿਹੜੇ ਦੋਸ਼ੀ ਜਿਹੜੇ ਸਨ ਉਹਨਾਂ ਨੂੰ ਸਜ਼ਾ ਮਿਲੀ ਹੈ। ਅਸੀਂ ਇਸ ਵੇਲੇ ਸੁਖਰਾਜ ਸਿੰਘ ਨਿਆਮੀ ਵਾਲਾ ਜੀ ਦੇ ਕੋਲ ਪਹੁੰਚੇ ਹਾਂ ਅਤੇ ਸੁਖਰਾਜ ਸਿੰਘ ਲਗਾਤਾਰ 16 ਦਸੰਬਰ 2021 ਤੋਂ ਇੱਥੇ ਮੋਰਚੇ ਦੇ ਵਿੱਚ ਬੈਠੇ ਨੇ। ਇੱਕ ਦਿਨ ਵੀ ਇਹਨਾਂ ਨੇ ਆਪਣੇ ਘਰ ਦਾ ਜਿਹੜਾ ਮੂੰਹ ਹੈ ਉਹ ਨਹੀਂ ਵੇਖਿਆ। ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਕੱਲ੍ਹ ਨੂੰ ਯਾਨੀ ਕਿ 10 ਜੁਲਾਈ ਨੂੰ ਸੁਖਰਾਜ ਸਿੰਘ ਇੱਕ ਹੋਰ ਵੱਡਾ ਇਕੱਠ ਕਰਨ ਜਾ ਰਹੇ ਨੇ। ਕੀ ਉਹਦੇ ਵਿੱਚ ਹੋਵੇਗਾ, ਕਿਸ ਬਾਬਤ ਉਹ ਇਕੱਠ ਹੈ, ਸਾਰੀ ਗੱਲਬਾਤ ਇਹਨਾਂ ਦੇ ਨਾਲ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਤਾਂ ਵੀਰੇ ਮੈਂ ਜਾਣਨਾ ਚਾਹੂੰਗੀ ਕਿ ਕੋਰਟ ਦੇ ਫੈਸਲੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਤੁਸੀਂ ਬਹੁਤ ਲੰਬੇ ਅਰਸੇ ਤੋਂ ਬੇਅਦਬੀ ਅਤੇ ਬਰਗਾੜੀ ਜਿਹੜਾ ਗੋਲੀकांड ਆ ਉਹਦਾ ਤੁਸੀਂ ਉਹਦੇ ਇਨਸਾਫ ਦੇ ਲਈ ਤੁਸੀਂ ਐਜੀਟੇਸ਼ਨ ਕਰ ਰਹੇ ਹੋ, ਤਾਂ ਕਿਸ ਤਰ੍ਹਾਂ ਮੰਨਦੇ ਹੋ ਕਿ ਤੁਸੀਂ ਸੰਤੁਸ਼ਟ ਹੋ ਇਸ ਫੈਸਲੇ ਤੋਂ? ਦੇਖੋ ਜੀ, ਜੇ ਆਪਾਂ ਸੰਤੁਸ਼ਟੀ ਦੀ ਗੱਲ ਕਰੀਏ ਤਾਂ ਤਕਰੀਬਨ ਪਿਛਲੇ 7 ਸਾਲਾਂ ਤੋਂ ਪੰਜਾਬ ਪੂਰਾ ਜਾਂ ਪੂਰੀ ਸਿੱਖ ਕੌਮ ਇਸ ਇਸ਼ੂ ਨੂੰ ਲੈ ਕੇ ਸੰਘਰਸ਼ ਕਰ ਰਹੀ ਹੈ ਤੇ ਜਿਹੜੇ ਨਿਆਂ ਪਹਿਲਾਂ ਆਉਣੇ ਚਾਹੀਦੇ ਸੀ ਉਹ ਹਜੇ ਤੱਕ ਨਹੀਂ ਵੀ ਆਇਆ। ਸੰਤੁਸ਼ਟੀ ਤਾਂ ਪੰਜਾਬ ਦੇ ਲੋਕਾਂ ਦੇ ਸਾਥ ਨਾਲ ਆ। ਕੋਰਟਾਂ ਤੁਹਾਡੇ ਲਹਿਜੇ ਨੂੰ ਦੇਖ ਕੇ ਜਿਹੜੇ ਫੈਸਲੇ ਦਿੰਦੀਆਂ, ਉਹ ਧਿਰਾਂ ਨੂੰ ਦੇਖ ਕੇ ਫੈਸਲੇ ਦਿੰਦੀਆਂ। ਵੱਖਰੀ ਗੱਲ ਆ ਕਿ ਸਾਡੇ ਜਿਹੜੀ ਧਿਰ ਨੇ ਸਾਡੇ ਤੇ ਗੋਲੀਆਂ ਚਲਾਈਆਂ ਜਾਂ ਜਿਨ੍ਹਾਂ ਨੇ ਬੇਅਦਬੀ ਕੀਤੀ ਉਹ ਵੱਡੀਆਂ ਧਿਰਾਂ, ਤਾਂ ਪਰ ਸਾਡਾ ਏਕਾ ਜਿਹੜਾ ਉਹ ਹੋਣਾ ਜ਼ਰੂਰੀ ਆ। ਜਿਹੜਾ ਫੈਸਲਾ ਆਇਆ ਕੋਰਟ ਦਾ, ਹਾਈ ਕੋਰਟ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਅਰਜ਼ੀਆਂ ਖਾਰਜ ਕਰਕੇ ਚਾਰਜਸ ਲਾਉਣ ਦੀ ਗੱਲ ਕਹੀ ਆ, ਉਹ ਸ਼ਲਾਘਾਯੋਗ ਫੈਸਲਾ। ਕਾਫੀ ਸਮਾਂ ਪਹਿਲਾਂ ਹੋਣਾ ਚਾਹੀਦਾ ਸੀ ਕਿਉਂਕਿ ਉਹ ਬੇਬੁਨਿਆਦ ਅਰਜ਼ੀਆਂ ਸੀਗੀਆਂ ਜਿਨ੍ਹਾਂ ਨੇ ਕੇਸ ਨੂੰ ਡਿਲੇ ਕਰਨ ਦੇ ਲਈ ਸਮਾਂ ਬਰਬਾਦ ਕੀਤਾ। ਸੋ ਅੱਜ ਤੱਕ ਤਾਂ ਉਹਨਾਂ ਨੂੰ ਸਜ਼ਾ ਵੀ ਹੋ ਜਾਣੀ ਚਾਹੀਦੀ ਸੀਗੀ, ਪਰ ਜੋ ਹੁਣ ਫੈਸਲਾ ਆਇਆ ਠੀਕ ਆ, ਸ਼ਲਾਘਾਯੋਗ ਆ। ਪਰ ਇਹਦੇ ਨਾਲ ਜੇ ਦੇਖਿਆ ਜਾਵੇ, ਸਰਕਾਰ 3 ਮਹੀਨੇ ਦਾ ਸਮਾਂ ਜਿਹੜਾ ਦੇ ਕੇ ਗਈ ਸੀ ਉਹ ਵੀ ਇੱਕ ਪਾਸੇ ਪੂਰਾ ਹੋ ਰਿਹਾ, ਤਾਂ ਜਿਹੜੀਆਂ ਪੂਰੀਆਂ ਮੰਗਾਂ ਉਹ ਵੀ ਹਜੇ ਇੱਥੇ ਮੰਨੀਆਂ ਨਹੀਂ ਗਈਆਂ। ਤਾਂ ਜਿਹਦੇ ਕਰਕੇ 10 ਜੁਲਾਈ ਦਾ ਆਪਾਂ ਇੱਥੇ ਇਕੱਠ ਹੈ ਜਿਹੜਾ, ਜਾਂ ਪੰਜਾਬ ਦੇ ਲੋਕਾਂ ਦੀ ਜਿਹੜੀ ਆਪਾਂ ਸਹਿਮਤੀ ਦੇ ਲਈ ਜਾਂ ਸੰਘਰਸ਼ ਦੀ ਅਗਲੀ ਰੂਪਰੇਖਾ ਦੇ ਲਈ ਕੱਟ ਸਕਦੇ ਹਾਂ। ਕੱਲ੍ਹ ਨੂੰ ਤੁਹਾਡੇ ਕੋਲੇ ਫਿਰ ਨੁਮਾਇੰਦੇ ਆ ਰਹੇ ਨੇ ਸਰਕਾਰ ਦੇ, ਕੀ ਲੱਗਦਾ ਹੈ ਕੀ ਸਰਕਾਰ ਦੇ ਲਿਫਾਫੇ ਦੇ ਵਿੱਚੋਂ ਨਿਕਲੂਗਾ ਕੱਲ੍ਹ? ਨਹੀਂ ਦੇਖੋ ਜੀ, ਉਮੀਦ ਰੱਖਦੇ ਹੋ ਤੁਸੀਂ? ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਕਿਉਂਕਿ ਅਸੀਂ ਵੀ ਲਗਾਤਾਰ ਇਸ ਮੋਰਚੇ ਦੀ ਰਿਪੋਰਟ ਕਰ ਰਹੇ ਹਾਂ, ਤਾਂ ਸਾਡੇ ਸਾਹਮਣੇ ਕੁੰਵਰ ਵਿਜੇ ਪ੍ਰਤਾਪ ਵੀ ਆਏ ਸੀਗੇ, ਤਾਂ ਉਹ ਵੀ ਇਹ ਗੱਲ ਕਹਿੰਦੇ ਸੀ ਜਦੋਂ ਸਾਡੀ ਸਰਕਾਰ ਆਉਂਦੀ ਹੈ ਤਾਂ 24 ਘੰਟਿਆਂ ਦੇ ਵਿੱਚ ਇਹਦਾ ਹੱਲ ਕੀਤਾ ਜਾਊਗਾ। ਤਾਂ ਹੁਣ ਕੀ ਲੱਗਦਾ ਵੀ ਸਰਕਾਰ ਦੇ ਲਿਫਾਫੇ 'ਚੋਂ ਕੀ ਨਿਕਲੇ? 24 ਘੰਟਿਆਂ ਦੀ ਗੱਲ ਇਹਨਾਂ ਦੇ ਕੌਮੀ ਕਨਵੀਨਰ ਨੇ ਕਹੀ ਸੀਗੀ ਜਦੋਂ ਕੁੰਵਰ ਵਿਜੇ ਪ੍ਰਤਾਪ ਨੂੰ ਆਈ ਥਿੰਕ ਪਾਰਟੀ ਜੁਆਇਨ ਕਰਾਉਣ ਆਏ ਆ, ਤਾਂ ਉਹਨਾਂ ਦੀ ਪ੍ਰੈਸ ਕਾਨਫਰੰਸ ਸੀਗੀ। ਤੇ ਉਹ ਮੇਰਾ ਸਵਾਲ ਵੀ ਹਮੇਸ਼ਾ ਇਹ ਰਿਹਾ ਕਿ ਸਰਕਾਰ ਜਦੋਂ 24 ਘੰਟਿਆਂ ਦੀ ਗੱਲ ਕਹਿ ਕੇ ਜਾਂਦੀ ਆ ਤੇ ਫਿਰ 24 ਦਿਨ ਵੀ ਟੱਪ ਜਾਂਦੇ ਆ। 24 ਘੰਟੇ ਤਾਂ ਬਹੁਤ ਦੂਰ ਦੀ ਗੱਲ ਸੀ। 24 ਘੰਟੇ ਲੰਘ ਗਏ ਤੇ ਹੁਣ 3 ਮਹੀਨਿਆਂ ਦਾ ਸਮਾਂ ਵੀ ਲੰਘ ਚੁੱਕਿਆ, ਇੱਕ ਦਿਨ ਬਾਕੀ ਆ। ਹੁਣ ਦੇਖਦੇ ਹਾਂ ਵੀ ਸਰਕਾਰ ਆ ਜਿਹੜੀ ਉਹ ਕੀ ਆਪਣੇ ਲਾਰੇ ਜੇ ਲਾਉਣ ਆਉਂਦੀ ਆ ਜਾਂ ਕੀ ਝੂਠੇ ਦਿਲਾਸੇ ਦੇਣ ਆਉਂਦੀ ਆ। ਅਸੀਂ
ਸਾਫ਼ ਸ਼ਬਦਾਂ ਇਹ ਲੱਗਦਾ ਵੀ ਲਾ ਰਹੇ ਆ ਝੂਠੇ ਦਿਲਾਸੇ। ਦੇਖੋ ਜੇ ਜੋ ਹੋਣਾ ਉਹ ਸਾਹਮਣੇ ਹੋਣਾ, ਉਹ ਲੁਕ ਛਿਪ ਕੇ ਨਹੀਂ ਹੋਣਾ। ਕੋਰਟ ਦੇ ਵਿੱਚ ਜੇ ਹੁਣ ਆਰਡਰ ਆਏ ਆ ਤਾਂ ਸਾਹਮਣੇ ਆਏ ਆ ਸਾਰਿਆਂ ਦੇ। ਮੈਂ ਤਾਂ ਮੇਰੀ ਤਾਂ ਪਹਿਲੇ ਦਿਨ ਤੋਂ ਆਪਾਂ ਹਮੇਸ਼ਾ ਗੱਲਬਾਤ ਕਰਦੇ ਰਹਿੰਦੇ ਆ, ਤਾਂ ਉਹਦੇ 'ਚ ਮੈਂ ਇਹੀ ਕਹਿਣਾ ਹੁੰਦਾ ਵੀ ਜਦੋਂ ਸਰਕਾਰ ਹੱਲ ਕਰ ਦੂਗੀ ਸਾਡਾ ਧਰਨਾ ਸਮਾਪਤ ਆ। ਸਾਨੂੰ ਕੋਈ ਏਡੀ ਗੱਲ ਨਹੀਂ ਆ ਵੀ ਸਰਕਾਰ ਆਵੇ ਤੇ ਕਵੇ ਹੈ ਨਾ। ਸਾਡੀਆਂ ਪੰਜਾਬ ਦੀਆਂ ਸਿੱਖਾਂ ਦੀਆਂ ਮੰਗਾਂ ਜਿਹੜੀਆਂ ਉਹ ਬੇਅਦਬੀ ਦੇ ਦੋਸ਼ੀ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ, ਤੇ ਗੋਲੀकांड ਦੇ ਦੋਸ਼ੀ ਹੈ ਨਾ। ਤੇ ਜੇ ਸਰਕਾਰ ਉਹ ਨਹੀਂ ਕਰਕੇ ਆ ਰਹੀ ਤੇ ਇਹਦਾ ਇਟ ਮੀਨਸ ਉਹ ਲਾਰੇ ਲਾਉਣ ਆ ਰਹੀ ਆ, ਝੂਠੇ ਦਿਲਾਸੇ ਦੇਣ ਆ ਰਹੀ ਆ। ਸੋ ਪੰਜਾਬ ਦੇ ਲੋਕ ਹੁਣ ਸਿਆਣੇ ਹੋ ਚੁੱਕੇ ਆ। ਤਾਂ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਹੁਣ ਅਸੀਂ ਸਮਾਂ ਨਹੀਂ ਦੇਵਾਂਗੇ। ਸਾਡਾ ਪ੍ਰੋਟੈਸਟ ਆ ਵੱਡੇ ਪੱਧਰ ਤੇ ਹੋਊਗਾ, ਪੰਜਾਬ ਦੇ ਵਿੱਚ ਹੋਊਗਾ। ਉਹ ਗੱਲ ਵੱਖਰੀ ਆ ਕਿ ਕੱਲ੍ਹ ਨੂੰ ਜਿਹੜਾ ਇਕੱਠ ਇੱਕ ਸੀਮਤ ਜਾਂ ਤਾਂ ਰੱਖਿਆ ਗਿਆ ਗਾ ਕਿ ਇਹਦੇ ਨਾਲ ਲੱਗਦੀ ਕਾਲ ਤਾਂ ਵੈਸੇ ਤਾਂ ਆਪਾਂ ਸਾਰਿਆਂ ਨੂੰ ਪਤਾ ਕਿ 3 ਮਹੀਨਿਆਂ ਤੋਂ 10 ਜੁਲਾਈ ਦਾ ਸਮਾਂ ਜਿਹੜਾ ਸਰਕਾਰ ਦਾ ਬਹਿਬਲ ਮੋਰਚੇ ਦਾ ਸੀ, ਬੇਅਦਬੀ ਇਨਸਾਫ ਮੋਰਚੇ ਦਾ ਸੀ। ਪਰ ਕੁਛ ਕੁ ਵੀਰਾਂ ਵੱਲੋਂ ਜਾਂ ਜਥੇਬੰਦੀਆਂ ਵੱਲੋਂ ਜਿਹੜਾ ਮੱਤੇਵਾੜੇ ਵਾਲਾ ਵੀ ਕੀਤਾ ਗਿਆ ਨਾਲ, ਤਾਂ ਉਹਦੇ ਕਰਕੇ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ 'ਚ ਕਨਫਿਊਜ਼ਨ ਕ੍ਰੀਏਟ ਹੁੰਦੀ ਆ। ਤਾਂ ਮੈਂ ਉਹ ਇਹੀ ਬੇਨਤੀ ਕਰਦਾ ਕਿ ਕਨਫਿਊਜ਼ਨ ਦੀ ਕੋਈ ਗੱਲ ਨਹੀਂ ਆ। ਸਾਰੇ ਇੱਕ ਆ, ਪੰਜਾਬ ਦੇ ਮਸਲੇ ਵੱਡੇ ਆ, ਅਸੀਂ ਇਕੱਠੇ ਹੋ ਕੇ ਲੜਨੇ ਆ ਤੇ ਦੁਫਾੜ ਕਰਨ ਦੀ ਕਿਸੇ ਨੂੰ ਕੋਈ ਗੱਲ ਨਹੀਂ ਆ। ਇੱਥੇ ਸਰਕਾਰ ਨੇ ਆਪਣਾ ਪੱਖ ਦੱਸਣ ਆਉਣਾ, ਤੇ ਜਿਹੜਾ ਵੱਡਾ ਪ੍ਰੋਗਰਾਮ ਆ ਆਪਾਂ ਉਹ ਇੱਕ ਦਿਨ ਰੋਕ ਕੇ ਵੀ ਲੀਕ ਸਕਦੇ ਆ, ਕਿਉਂਕਿ ਜਦੋਂ ਸਾਡੇ ਇੱਕੇ ਦੀ ਗੱਲ ਹੋਵੇ ਤੇ ਉਦੋਂ ਅਸੀਂ ਫਿਰ ਉਸ ਤਰੀਕੇ ਦੇ ਨਾਲ ਚੱਲ ਸਕਦੇ ਆ, ਮੈਨੇਜਮੈਂਟ ਕਰਾਂਗੇ। ਬਿਲਕੁਲ ਜੀ। ਤੇ ਜਿਸ ਤਰ੍ਹਾਂ ਤੁਸੀਂ ਲਗਾਤਾਰ, ਮੈਂ ਤੁਹਾਡੇ ਨਾਲ ਗੱਲ ਕਰ ਰਹੀ ਸੀਗੀ ਕਿ ਤੁਸੀਂ ਕੀ ਘਰ ਗਏ, ਵਿੱਚ ਦੀ ਘਰ 1-2 ਵਾਰੀ ਗਏ ਹੋ, ਤਾਂ ਤੁਸੀਂ ਕਿਹਾ ਵੀ ਮੈਂ ਨਹੀਂ ਇੱਥੇ ਆ 16 ਦਸੰਬਰ ਤੋਂ ਇੱਕ ਵਾਰੀ ਵੀ ਨਹੀਂ ਘਰ ਗਿਆ। ਤੁਹਾਡੇ ਕੋਲ ਇੱਥੇ ਬਹੁਤ ਮੰਤਰੀ, ਹਰੇਕ ਪਾਰਟੀ ਦੇ ਤੁਹਾਡੇ ਕੋਲ MLAs ਵੀ ਆਉਂਦੇ ਰਹਿੰਦੇ ਨੇ, ਤੁਹਾਡੇ ਕੋਲ ਮੰਤਰੀ ਆਉਂਦੇ ਰਹਿੰਦੇ ਨੇ। ਕਿਤੇ ਮਿਸ ਕਰਦੇ ਹੋ ਤੁਸੀਂ ਕਿ ਜਿੱਥੇ ਕਿਹਾ ਜਾਂਦਾ ਵੀ ਕਾਨੂੰਨ, ਜਿਹੜੇ ਦੇਸ਼ ਦੇ ਵਿੱਚ ਅਸੀਂ ਕਹਿੰਦੇ ਵੀ ਕਾਨੂੰਨ ਤੇ ਭਰੋਸਾ ਰੱਖੋ ਔਰ ਕਾਨੂੰਨ ਤੁਹਾਨੂੰ ਪਹਿਲ ਦੇ ਆਧਾਰ ਤੇ ਇਨਸਾਫ ਦੇਊਗਾ, ਕਿਤੇ ਕਾਨੂੰਨ ਦੀ ਕਿਸੇ ਤੁਸੀਂ ਸੋਚਦੇ ਹੋ ਵੀ ਕਿਤੇ ਕਰੈਕਸ਼ਨ ਹੋਣੀ ਚਾਹੀਦੀ ਹੈ, ਕਿਤੇ ਕੋਈ ਚੇਂਜ ਹੋਣਾ ਚਾਹੀਦਾ ਹੈ? ਬਿਲਕੁਲ ਭੈਣ ਮੇਰੀ, ਇਹ ਹੋਣਾ ਚਾਹੀਦਾ। ਅੱਜ 206 ਦਿਨ ਦਾ ਸਮਾਂ ਹੋ ਗਿਆ, ਘਰੇ ਵੀ ਨਹੀਂ ਗਏ ਆ ਤੇ ਨਿੱਜੀ ਕੰਮ ਵੀ ਬਹੁਤ ਰੁਕੇ ਹੋਏ ਆ। ਜੇ ਆਪਾਂ ਆਪਣੀ ਗੱਲ ਕਰੀਏ, ਕੰਮ ਮਤਲਬ ਇਨਕਮ ਦੇ ਸੋਰਸ ਉਹ ਵੀ ਰੁਕੇ ਹੋਏ ਆ ਨਾ। ਸੋ ਕਹਿਣ ਤੋਂ ਭਾਵੇਂ ਆ ਕਿ ਜੇ ਸਾਡੇ ਗੁਰੂ ਦੀ ਬੇਅਦਬੀ ਦੇ ਲਈ ਸਾਨੂੰ ਐ ਧਰਨੇ ਲਾ ਕੇ ਜਾਂ ਇੱਕ ਕਤਲ ਕੀਤਾ ਮੇਰੇ ਬਾਪ ਦਾ ਜਿਹੜਾ ਸੜਕ ਤੇ ਸ਼ਰੇਆਮ ਪੁਲਿਸ ਨੇ ਗੋਲੀਆਂ ਮਾਰ ਕੇ, ਤਾਂ ਅਸੀਂ ਉਹਦੇ ਇਨਸਾਫ ਦੇ ਲਈ ਵੀ 6-6 7-7 ਮਹੀਨੇ ਜਾਂ ਸਾਲ ਧਰਨੇ ਲਾ ਕੇ ਕਹੀਏ ਕਿ ਦੋਸ਼ੀਆਂ ਨੂੰ ਫੜੋ। ਫਿਰ ਕਿਹੜੇ ਕਾਨੂੰਨ ਦੀ ਆਪਾਂ ਗੱਲ ਕਰਦੇ ਹਾਂ? ਕਿਹੜੇ ਕਾਨੂੰਨ ਦੇ ਰਖਵਾਲੇ ਆ ਜਿਹੜੇ ਇਸ ਦੇ ਇਨਸਾਫ ਕਰਨਗੇ? ਕਿਹੜੀਆਂ ਸਰਕਾਰਾਂ ਜਿਹੜੀਆਂ ਦੁਹਾਈ ਪਾਉਂਦੀਆਂ ਕਿ ਸੰਵਿਧਾਨ 'ਚ ਰਹਿਣਾ ਚਾਹੀਦਾ, ਕਿਹੜੇ ਦੀ ਆਪਾਂ ਗੱਲ ਕਰੀਏ? ਜਦੋਂ ਪਹਿਲੀ ਗੱਲ ਤਾਂ 7 ਸਾਲ ਦਾ ਸਮਾਂ ਹੋ ਗਿਆ, 6 ਮਹੀਨੇ ਤਾਂ ਚਲੋ ਲਗਾਤਾਰ ਬੈਠਿਆਂ ਨੂੰ ਹੋਏ ਆ। 7 ਸਾਲ ਦਾ ਸਮਾਂ ਹੋ ਗਿਆ ਸਾਨੂੰ ਵਾਰ-ਵਾਰ ਦਹਾਈ ਪਾਉਂਦਿਆਂ ਨੂੰ ਕਿ ਸਾਡੇ ਬੰਦੇ ਦਾ ਕਤਲ ਹੋਇਆ, ਆਹ ਬੰਦਿਆਂ ਨੇ ਕੀਤਾ, ਤੇ ਉਹਨਾਂ ਨੂੰ ਰੱਤੀ ਭਰ ਵੀ ਤੁਸੀਂ ਕੁਛ ਕੀਤਾ ਨਹੀਂ ਆ। ਉਲਟਾ ਸਰਕਾਰ ਕੋਆਪਰੇਟ ਇਹ ਕਰੀ ਜਾਂਦੀ ਆ ਕਿ ਉਹ ਕਿਤੇ ਜ਼ਮਾਨਤ ਲੈ ਗਿਆ, ਉਹਨਾਂ ਨੂੰ ਸਿਕਿਉਰਿਟੀ ਦੇ ਰਹੇ ਆ। ਸੈਣੀ ਵਰਗਿਆਂ ਦੇ ਭਗੌੜਾ ਕਰਾਰ ਦੇ ਪੋਸਟਰ ਤੱਕ ਲੱਗ ਗਿਆ, ਉਹਨਾਂ ਨੂੰ ਸਿਕਿਉਰਿਟੀ ਦੇ ਵਿੱਚ ਰੱਖਿਆ ਗਿਆ। ਸੋ ਇਹ ਤੁਹਾਨੂੰ ਉਹਦੇ ਵਾਸਤੇ ਕਚਹਿਰੀਆਂ ਖੁੱਲ ਰਹੀਆਂ ਨੇ। ਬਿਲਕੁਲ ਖੁੱਲ ਰਹੀਆਂ। ਉਹਨਾਂ ਦੇ ਜਿਹੜੇ ਫੈਸਲੇ ਆ ਉਹ ਰਾਤ ਨੂੰ ਕਚਹਿਰੀ ਖੁੱਲ੍ਹ ਕੇ ਆ ਰਹੇ ਆ। ਤੇ ਜੇ ਕਿਸੇ ਆਮ ਸਿੱਖ ਦੀ ਜਾਂ ਆਮ ਕਿਸੇ ਆਦਮੀ ਦੀ ਕਿਸੇ ਕਤਲ ਕਰਕੇ ਜਾਂ ਕਿਸੇ ਦੁਖਾਂਤ ਕਰਕੇ ਕਾਰਵਾਈ ਪੈਂਦੀ ਆ, ਗ੍ਰਿਫਤਾਰੀ ਪੈਂਦੀ ਆ, ਤਾਂ ਉਹਦੇ 'ਚ ਛੁੱਟੀਆਂ ਵੀ ਇਨਵੋਲਵ ਹੋ ਜਾਂਦੀਆਂ ਵੀ ਸਰਕਾਰੀ ਛੁੱਟੀ ਚੱਲੀ ਜਾਂਦੀ, ਕਚਹਿਰੀ ਬੰਦ ਹੈ। ਸੋ ਇਹ ਚੀਜ਼ਾਂ ਪੱਖਪਾਤ ਕੀਤਾ ਗਿਆ ਪੰਜਾਬ ਦੇ ਲੋਕਾਂ ਦੇ ਨਾਲ। ਉਹਨਾਂ ਧਿਰਾਂ ਦੇ ਨਾਲ ਕੰਪੈਰੀਜ਼ਨ ਕਰਕੇ ਦੇਖੀ ਵੀ ਜਿਹੜੀਆਂ ਹਮੇਸ਼ਾ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਨੂੰ ਮਾਰ ਕੇ ਉੱਪਰ ਗਏ ਆ, ਕੋਈ ਮੁਕਾਬਲੇ ਬਣਾ ਕੇ ਗਏ ਆ, ਕੋਈ ਝੂਠੇ ਕੇਸਾਂ ਦੇ ਵਿੱਚ ਆਪਣੀਆਂ ਮਤਲਬ ਪ੍ਰਫੁੱਲਤਾ ਲੈ ਕੇ ਉੱਪਰ ਚੜ੍ਹੇ ਹੋਏ ਆ। ਸੋ ਉਹਨਾਂ ਦੀ ਸਰਕਾਰ ਆ ਜਿਹੜੀ ਪੂਰੀ ਪਹਿਲਦਾਰੀ ਦੇ ਨਾਲ ਰੱਖਿਆ ਕਰ ਰਹੀ ਆ। ਦੂਸਰੇ ਪਾਸੇ ਦੇਖਿਆ ਜਾਵੇ, ਆ ਸਾਰਾ ਕੁਛ ਆਪਾਂ 6 ਮਹੀਨੇ ਦੇ ਬੈਠੇ ਆ ਇੱਥੇ। ਤੁਸੀਂ ਦੇਖੋ 6 ਮਹੀਨੇ ਦੇ ਵਿੱਚ ਕੀ ਵਾਵਾਂ ਵਗੀਆਂ, ਕੀ ਕੁਛ ਹੋਇਆ। ਹਨੇਰੀਆਂ ਵੀ ਆਈਆਂ, ਤੂਫਾਨ ਵੀ ਆਏ, ਮਨੋਬਲ ਡਿੱਗਣ ਦੀਆਂ ਗੱਲਾਂ ਵੀ ਹੋਈਆਂ। ਤਾਂ ਸਰਕਾਰ 3 ਮਹੀਨੇ ਦਾ ਸਮਾਂ ਲੈ ਕੇ ਵੀ ਜੇ ਕੱਲ੍ਹ ਨੂੰ ਆ ਕੇ ਕਵੇ ਕਿ ਸਾਨੂੰ ਹੋਰ ਸਮਾਂ ਚਾਹੀਦਾ, ਫਿਰ ਫਿੱਟੇ ਮੂੰਹ ਹੈ ਸਰਕਾਰ ਦੇ, ਜਿਹੜੀ ਤੁਰੰਤ ਨਿਆਂ ਨਹੀਂ ਦੇ ਸਕਦੀ। 7 ਸਾਲ ਦੇ ਦੋਸ਼ੀ ਬਾਹਰ ਆ। ਮੈਂ ਇਹ ਸਮਝਦਾ ਹਾਂ ਜਦੋਂ ਦੋਸ਼ੀ ਨਿਗਾਹ ਦੇ ਵਿੱਚ ਕੌਣ ਨੇ ਦੋਸ਼ੀ? ਦੇਖੋ ਜੀ, ਜਿਹੜੇ ਪੁਲਿਸ ਵਾਲੇ ਨਾਮਜ਼ਦ ਕੀਤੇ ਹੋਏ ਸਮੇਤ ਸੈਣੀ ਤੱਕ ਆ, ਉਮਰਾ ਨੰਗਲ, ਚਰਨਜੀਤ ਸ਼ਰਮਾ, ਪਰਮਰਾਜ ਉਮਰਾ ਨੰਗਲ ਹੋ ਗਿਆ, ਬਿਕਰਮ ਹੋ ਗਿਆ, ਅਮਰਜੀਤ ਕਲਾਰ, ਪੰਕਜ ਬੰਸਲ, ਸੋਹਿਲ ਬਰਾੜ, ਤੇ ਉਸ ਸਮੇਂ ਦੀ ਸਰਕਾਰ ਜਿਹੜੀ ਜਿਹਦੇ ਵਿੱਚ ਹੋਇਆ, ਇਹ ਦੋਸ਼ੀ ਆ ਸਾਰੇ। ਸੋ ਕਹਿਣ ਤੋਂ ਭਾਵੇਂ ਆ ਜੇ 7 ਸਾਲਾਂ ਦੇ ਵਿੱਚ ਹਜੇ ਇਹੀ ਕੋਟਾਂ ਡਿਸਾਈਡ ਕਰੀ ਜਾਂਦੀਆਂ ਵੀ ਹੈਗਾ ਕਿ ਨਹੀਂ ਹੈਗਾ, ਜਿਹੜੇ ਉਹਨਾਂ ਦੇ ਬਿਆਨਾਂ ਦੇ ਵਿੱਚ ਲਿਖਿਆ ਹੋਇਆ ਵੀ ਉਹਨਾਂ ਨੇ ਆਹ ਭੂਮਿਕਾ ਨਿਭਾਈ ਆ, ਤੇ ਉਹਦੇ ਆਧਾਰ ਤੇ ਸਜ਼ਾ ਦੇ ਕੇ ਤੁਸੀਂ ਕੇਸ ਖਤਮ ਕਰੋ।
ਪੰਜਾਬ ਦੇ ਲੋਕਾਂ ਨੂੰ ਕਿਉਂ ਖੱਜਲ ਖੁਆਰ ਕਰ ਰਹੇ ਹੋ? ਦੂਸਰੀ ਗੱਲ, ਪੰਜਾਬ ਦੇ ਵਿੱਚ ਕਿਸੇ ਵੀ ਧਰਮ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ, ਉਹ ਚਾਹੇ ਕੋਈ ਵੀ ਧਰਮ ਆ। ਉਹਦੇ 'ਚ ਕਾਨੂੰਨ ਤੇ ਇਦਾਂ ਦੇ ਹੋਣੇ ਚਾਹੀਦੇ ਆ ਕਿ ਬੰਦੇ ਨੂੰ ਸਜ਼ਾ ਮੌਤ ਤੱਕ ਹੋਵੇ, ਬੰਦਾ ਬੇਅਦਬੀ ਕਰਨ ਬਾਰੇ ਸੋਚੇ। ਪੰਜਾਬ ਕਿਸੇ ਵੀ ਧਰਮ ਦੀ ਬੇਅਦਬੀ ਬਰਦਾਸ਼ਤ ਨਹੀਂ ਕਰਦਾ। ਇਹ ਨਹੀਂ ਆ ਵੀ ਜੇ ਅੱਜ ਅਸੀਂ ਮਤਲਬ ਜੇ ਸਿੱਖਾਂ ਦੇ ਗ੍ਰੰਥ ਦੀ ਬੇਅਦਬੀ ਹੋਈ ਆ ਤੇ ਅੱਜ ਅਸੀਂ ਤਾਂ ਕਰ ਰਹੇ ਆ। ਮੈਂ ਸਾਰਿਆਂ ਨੂੰ ਬਰਾਬਰਤਾ ਕਹਿਣਾ, ਗੁਰਦੁਆਰੇ ਨੇ ਕਦੇ ਰੋਕਿਆ ਹੀ ਨਹੀਂ ਆ ਕਿਹੜਾ ਧਰਮ ਅੰਦਰ ਆ ਰਿਹਾ ਕਿਹੜਾ ਨਹੀਂ ਆ ਰਿਹਾ। ਮੱਥਾ ਟੇਕਣ ਜਿਹੜਾ ਵੀ ਜਾ ਸਕਦਾ, ਸਤਿਕਾਰ ਕਰਦਾ ਉਹ ਜਾ ਸਕਦਾ। ਸੋ ਇਹ ਚੀਜ਼ਾਂ ਤੋਂ ਸਾਨੂੰ ਸਮਝਣ ਦੀ ਲੋੜ ਆ, ਸਿੱਖਣ ਦੀ ਲੋੜ ਆ। ਇਕੱਠੇ ਹੋ ਕੇ ਚੱਲੀਏ। ਕਿਸੇ ਵੀ ਧਰਮ ਦੀ ਬੇਅਦਬੀ ਪੰਜਾਬ ਦੇ ਵਿੱਚ ਬਰਦਾਸ਼ਤ ਨਹੀਂ ਹੋਣੀ, ਮਤਲਬ ਹੋਣੀ ਨਹੀਂ ਚਾਹੀਦੀ। ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਪੰਜਾਬ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਜਦੋਂ ਕਿਸੇ ਧਰਮ ਦੇ ਨਾਂ 'ਤੇ ਤੁਸੀਂ ਰਾਜਨੀਤੀ ਕਰ ਰਹੇ ਹੋ ਤਾਂ ਤੁਹਾਡਾ ਹਸ਼ਰ ਕੀ ਹੁੰਦਾ। ਪਿਛਲੇ 7 ਸਾਲਾਂ 'ਚ ਦੇਖੋ ਵੀ ਜਿਹੜਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨਾਂ 'ਤੇ ਸਿਆਸਤ ਕੀਤੀ ਆ ਉਹ ਕਿੱਥੇ ਖੜੇ ਆ ਤੇ ਅੱਜ ਕਿੱਥੇ। ਜੇ 3 ਮਹੀਨੇ ਦਾ ਸਮਾਂ ਵੀ ਟਪਾ ਕੇ ਕੱਲ੍ਹ ਨੂੰ ਕਹਿਣਗੇ, ਤੁਸੀਂ ਥੋੜ੍ਹਾ ਖੜ ਕੇ ਤਾਂ ਦੇਖੋ, ਤੁਸੀਂ ਸੋਚ ਕੇ ਤਾਂ ਦੇਖੋ, ਤੁਸੀਂ ਉਸ ਪ੍ਰੋਟੈਸਟ ਦੇ ਵਿੱਚ ਬਹਿ ਕੇ ਤਾਂ ਦੇਖੋ। ਕੀ ਇੰਟਿਊਸ਼ਨ ਹੋ ਰਹੀ ਹੈ ਤੁਹਾਨੂੰ? ਕੀ ਇੰਟਿਊਸ਼ਨ ਕੋਈ ਹੋ ਰਹੀ ਹੈ ਵੀ ਕਿਸ ਤਰ੍ਹਾਂ ਦਾ ਫੈਸਲਾ ਆ ਸਕਦਾ? ਲੱਗਦਾ ਕੀ ਹੈ? ਮੇਰਾ ਬਾਰ-ਬਾਰ ਉਹੀ ਸਵਾਲ ਹੈ। ਤੁਹਾਡਾ ਮਨ ਕੀ ਕਹਿੰਦਾ ਹੈ? ਮਨ ਦੀ ਗੱਲ ਦੱਸੋ। ਮੇਰਾ ਮਨ ਇਹ ਕਹਿੰਦਾ ਬਈ ਹੱਲ ਕੋਈ ਹੋਇਆ ਨਹੀਂ, ਝੂਠੇ ਦਲਾਸੇ ਤੇ ਲਾਰੇ ਜੇ ਲਾਉਣਗੇ। ਕੁਛ ਕੁ ਸਾਡੇ ਵਾਲੇ ਬੰਦਿਆਂ ਨੂੰ ਵੀ ਵਗਰਲਾਉਣਗੇ, ਕਹਿਣਗੇ ਵੀ ਹਾਂ ਹੋਣਾ ਚਾਹੀਦਾ, ਹੋ ਗਿਆ, ਚਲੋ ਕੋਈ ਗੱਲ ਨਹੀਂ, ਸਮਾਪਤ ਕਰੀਏ। ਪਰ ਨਹੀਂ, ਜੇ 7 ਸਾਲ ਦਾ ਸਮਾਂ ਸੜਕਾਂ 'ਤੇ ਤੁਰ ਫਿਰ ਕੇ ਜ਼ਿੰਦਗੀ ਜੋਖਮ 'ਚ ਪਾ ਕੇ ਕੇਸ ਲੜ ਸਕਦੇ ਸੀਗੇ ਤਾਂ ਹੁਣ ਤਾਂ ਅਸੀਂ ਬੈਠੇ ਹਾਂ। ਤੇ ਸ਼ਾਂਤਮਈ ਬੈਠਿਆਂ ਨੂੰ ਵੀ ਜੇ ਇਨਸਾਫ ਨਹੀਂ ਦੇ ਸਕਦੇ ਤਾਂ ਫਿਰ ਰੱਬ ਹੀ ਰਾਖਾ, ਮੈਂ ਸਮਝਦਾ, ਮੇਰੀ ਕੌਮ ਦਾ ਤੇ ਦੇਸ਼ ਦਾ। ਤੁਹਾਡੇ ਬਾਰੇ ਕਹਿ ਦਿੰਦੇ ਆ ਵੀ ਤੁਹਾਨੂੰ ਤਾਂ ਨੌਕਰੀ ਵੀ ਮਿਲ ਗਈ, ਨਾਲ ਕਹਿ ਦਿੰਦੇ ਮੁਆਵਜ਼ਾ ਵੀ ਮਿਲ ਗਿਆ, ਵੀ ਹੁਣ ਕਾਹਦੇ ਵਾਸਤੇ ਵੀ ਪਿਓ ਤਾਂ ਮੁੜ ਕੇ ਆ ਨਹੀਂ ਸਕਦਾ। ਕਿਉਂ ਸੁਖਰਾਜ ਨਿਆਮੀ ਵਾਲੇ ਬੈਠੇ ਇੱਥੇ? ਦੇਖੋ, ਜੇ ਮੁਆਵਜ਼ਾ ਕਹਿੰਦੇ ਆ ਨਾ ਇਹ ਗੱਲ, ਬਿਲਕੁਲ ਕਹਿੰਦੇ ਆ। ਮੈਂ ਕਦੋਂ ਡਿਨਾਈ ਕਰਦਾ ਇਹ ਗੱਲ ਨੂੰ। ਪਰ ਯਾਰ ਸੁਖਰਾਜ ਦੀ ਇੱਕ ਵੀ ਇੰਟਰਵਿਊ ਦੇਖੋ, ਇੱਕ ਵੀ ਬਿਆਨ ਦੇਖੋ ਵੀ ਸਰਕਾਰ ਨੂੰ ਕਿਤੇ ਕਿਹਾ ਵੀ ਮੁਆਵਜ਼ਾ ਦੇਵੇ, ਮੈਂ ਚੁੱਪ ਕਰ ਜੂੰਗਾ, ਜਾਂ ਸਰਕਾਰ ਨੂੰ ਕਿਹਾ ਵੀ ਨੌਕਰੀ ਦੇਵੇ। ਮੈਂ ਤਾਂ ਅੱਜ ਵੀ ਕਹਿਣਾ, ਸਰਕਾਰੀ ਨੌਕਰੀ ਤੇ ਛੋਟਾ ਭਰਾ ਮੇਰਾ, ਸਰਕਾਰੀ ਨੌਕਰੀ ਤੇ ਬੰਦਾ ਹੋਵੇ ਕਿਸੇ ਵੀ ਪ੍ਰੋਟੈਸਟ 'ਚ ਜਾ ਕੇ ਖੜਦਾ ਨਹੀਂਗਾ, ਉਹ ਇੱਥੇ ਹੁੰਦਾ। ਕਰਦੇ ਸਰਕਾਰ ਜਿਹੜਾ ਕੁਝ ਕਰਨਾ, ਇਹੀ ਕਹੂਗੀ ਨਾ ਵੀ ਘਰੇ ਬਹਿ ਜਾ। ਤੁਹਾਨੂੰ ਫੋਰਸ ਕੀਤਾ ਜਾਂਦਾ ਇੱਥੋਂ ਉੱਠਣ ਵਾਸਤੇ? ਦੇਖੋ, ਫੋਰਸ ਵਾਲੀਆਂ ਗੱਲਾਂ ਇਹ ਆ ਜੀ, ਬੰਦਿਆਂ ਨੂੰ ਰੋਕਣਾ, ਇੱਥੇ ਇਕੱਠ ਨਾ ਹੋਣ ਦੇਣੇ, ਦਬਾਅ ਬਣਾ ਕੇ ਰੱਖਣੇ, ਜਾਂ ਮਨੋਬਲ ਤੋੜਨਾ, ਟਾਈਮ ਲੈ ਕੇ ਨਹੀਂ ਕੀਤਾ ਕੁਛ ਕਰਨਾ। ਇਹ ਸ਼ਾਂਤਮਈ ਬੈਠਿਆਂ ਨੂੰ ਨਹੀਂ ਜਰਦੇ ਨਾ। ਇੱਦਾਂ ਦੀ ਹਰਾਸਮੈਂਟ ਜਾਂ ਕੇਸਾਂ ਦੇ ਵਿੱਚ ਵੀ ਹਰਾਸਮੈਂਟ ਇਹ ਹੋਈ ਆ। ਸਿੱਖ ਜਥੇਬੰਦੀਆਂ ਉਹਨਾਂ ਦਾ ਕਿਹੋ ਜਿਹਾ ਸਹਿਯੋਗ ਹੈ, ਜਾਂ ਸੁਖਰਾਜ ਨਿਆਮੀ ਵਾਲੇ ਇਕੱਲੀ ਲੜਾਈ 'ਚ ਖੜੇ? ਜਾਂ ਆਪਾਂ ਐਸਜੀਪੀਸੀ ਦੀ ਗੱਲ ਕਰ ਲਈ ਜਾਂ ਹੋਰ ਆਪਾਂ ਸੰਸਥਾਵਾਂ ਦੀ, ਸਿਰਮੌਰ ਸੰਸਥਾਵਾਂ ਜੋ ਪੰਜਾਬ ਦੀਆਂ ਸਿੱਖ ਪੰਜਾਬ ਦੇ ਲੋਕਾਂ ਦਾ, ਸਿੱਖਾਂ ਦਾ, ਹਰ ਇੱਕ ਉਸ ਬਸ਼ਿੰਦੇ ਦਾ ਪੂਰਾ ਸਹਿਯੋਗ ਆ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਦਾ ਦਰਦ ਰੱਖਦਾ। ਜੇ ਸਿੱਖ ਜਥੇਬੰਦੀਆਂ ਜਿਹੜੀਆਂ ਰਾਜਨੀਤੀ ਵਾਲੀਆਂ, ਜਿਹੜੀਆਂ ਆਪਣੇ ਝੰਡੇ ਡੰਡੇ ਵੱਡੇ ਕਰਨ ਵਾਲੀਆਂ, ਉਹਨਾਂ ਦਾ ਸਹਿਯੋਗ ਨਹੀਂ ਹੋ ਸਕਦਾ, ਕਿਉਂਕਿ ਉੱਥੇ ਇਹ ਆ ਵੀ ਉਹ ਚੀਜ਼ ਮੁੱਦਾ ਮਰ ਰਿਹਾ। ਜਿਹਦਾ ਇਨਸਾਫ ਮਿਲੂਗਾ ਤਾਂ ਫਿਰ ਕੱਲ੍ਹ ਨੂੰ ਅਸੀਂ ਧਰਨਾ ਕਿਵੇਂ ਲਾ ਲਾਂਗੇ? ਹੋਰ ਫਿਰ ਕੱਲ੍ਹ ਨੂੰ ਅਸੀਂ ਕਿਹੜੀ ਗੱਲ 'ਤੇ ਲੋਕਾਂ ਨੂੰ ਗੁੰਮਰਾਹ ਕਰ ਲਾਂਗੇ? ਸੋ ਇਹ ਚੀਜ਼ਾਂ ਉਹਨਾਂ ਲਈ ਨੁਕਸਾਨਦਾਇਕ ਹੋ ਸਕਦੀਆਂ। ਪਰ ਹਰ ਇੱਕ ਸਿੱਖ, ਜਿਵੇਂ ਤੁਸੀਂ ਹੋ, ਤੁਹਾਨੂੰ ਮੈਂ ਸਵਾਲ ਕਰਾਂ ਵੀ ਕੀ ਤੁਸੀਂ ਨਹੀਂ ਚਾਹੁੰਦੇ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਮਿਲੇ? ਸੋ ਜਿਹੜਾ ਬੰਦਾ ਘਰ 'ਚ ਆ ਉਹ ਚਾਹੁੰਦਾ ਵੀ ਬੇਅਦਬੀ ਦਾ ਇਨਸਾਫ ਮਿਲੇ, ਇਸ ਚੀਜ਼ ਨੂੰ ਬੰਦ ਕੀਤਾ ਜਾਵੇ, ਤਾਂ ਉਹ ਸਾਡੇ ਨਾਲ ਆ। ਗੁਰੂ ਸਾਹਿਬ ਦੀ ਬੇਅਦਬੀ ਤੋਂ ਇਲਾਵਾ ਮੇਰੀ ਤਾਂ ਇਹ ਸੋਚ ਹੈ ਕਿ ਹਰੇਕ ਇਨਸਾਨ ਦੇ ਵਿੱਚ ਰੱਬ ਵਸਦਾ, ਕਿਸੇ ਇਨਸਾਨ ਦੇ ਨਾਲ ਧੱਕਾ ਨਾ ਹੋਵੇ, ਹੈ ਨਾ। ਆਪਾਂ ਪਰਮਾਤਮਾ ਨੂੰ ਦੇਖਿਆ ਨਹੀਂ, ਆਪਾਂ ਨਹੀਂ ਦੇਖਿਆ ਕਿਉਂਕਿ ਉਹ ਨਿਰਾਕਾਰ ਹੈ, ਉਹਦਾ ਕੋਈ ਆਕਾਰ ਨਹੀਂ। ਪਰ ਮੈਂ ਸੋਚਦੀ ਹਾਂ ਕਿ ਲੋਕਾਂ ਦੇ ਵਿੱਚ ਰੱਬ ਵਸਦਾ ਹੈ, ਕਿਸੇ ਦੇ ਨਾਲ ਵੀ ਕੋਈ ਧੱਕਾ, ਕੋਈ ਤਸ਼ੱਦਦ ਨਾ ਹੋਵੇ। ਜੇ ਕੁਦਰਤੀ ਹੋ ਵੀ ਜਾਂਦਾ ਹੈ ਤਾਂ ਉਸਨੂੰ ਤੁਰੰਤ ਉਹਦਾ ਜਿਹੜਾ ਇਨਸਾਫ ਹੈ ਮਿਲਣਾ ਚਾਹੀਦਾ ਹੈ। ਹੁਣ ਇੱਥੇ ਮੈਂ ਐਗਜ਼ਾਮਪਲ ਦਿੰਦਾ, ਇੱਕ ਮਾਂ ਦਾ ਪੁੱਤ ਗਿਆ, ਬਹੁਤ ਦੁੱਖ ਹੈ। ਮੂਸੇ ਪਿੰਡ ਦਾ ਨੌਜਵਾਨ ਸੀਗਾ, ਕਲਾਕਾਰ ਸੀਗਾ, ਉਹਨੂੰ ਮਾਰਿਆ ਗਿਆ। ਉਹ ਰੱਬ ਜਾਣਦਾ ਜਾਂ ਕੀ ਸੀ, ਕਿਵੇਂ ਮਾਰਿਆ ਗਿਆ, ਪਰ ਉਹਦੀ ਕੋਈ ਫੋਟੋ ਨਹੀਂ ਵਾਇਰਲ ਹੋਈ, ਸੀਸੀਟੀਵੀ ਵਾਇਰਲ ਨਹੀਂ ਹੋਈਆਂ। ਉਹਦੇ ਇਨਵੈਸਟੀਗੇਸ਼ਨ ਵਿੱਚ ਕੜੀ ਜੁੜਦੀ ਗਈ ਆ ਤੇ ਅੱਜ ਤੋਂ 20+ ਗ੍ਰਿਫਤਾਰੀਆਂ ਅੱਜ ਹੋ ਚੁੱਕੀਆਂ, ਜਿਹਦੇ 'ਚ ਜਿਹਨੇ ਮਾਰਿਆ, ਜਿਹਨੇ ਮਰਵਾਇਆ, ਜਿਹਨੇ ਚਲਾਈਆਂ, ਜਿਹਨੇ ਸਿੱਖਿਆ ਲਈ, ਸਾਰਾ ਕੁਝ ਹੋਇਆ, ਜਿਹਨੇ ਰੇਕੀ ਤੱਕ ਕੀਤੀ। ਉਹ ਚੀਜ਼ਾਂ ਸਾਹਮਣੇ ਆ ਸਕਦੀਆਂ ਜੇ ਸਿਸਟਮ ਉਹ ਚੀਜ਼ਾਂ ਸਾਹਮਣੇ ਲਿਆ ਸਕਦਾ। ਤੇ ਯਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ 7 ਸਾਲ ਹੋ ਗਏ ਆ, ਬੇਅਦਬੀ ਕਰਨ ਵਾਲੇ ਮੰਨੀ ਜਾਂਦੇ ਆ ਵੀ ਅਸੀਂ ਕੀਤੀ ਆ, ਅਸੀਂ ਕਰਵਾਈ ਆ। ਸਰਕਾਰਾਂ ਦੇ ਵਿੱਚ ਗੋਲੀਆਂ ਚਲਾਉਣ ਵਾਲੇ ਆਇਡੈਂਟੀਫਾਈਡ ਬੰਦੇ ਆ, ਜਿਹੜੇ ਮੁਲਾਜ਼ਮ ਆ, ਉਹ ਮੰਨੀ ਜਾਂਦੇ ਆ ਵੀ ਅਸੀਂ ਗੋਲੀ ਚਲਾਈ ਆ, ਅਸੀਂ ਇੱਥੇ ਫਲਾਣੇ ਬੰਦੇ ਸੀਗੇ। ਤਾਂ ਫਿਰ 7 ਸਾਲ ਦਾ ਸੀਸੀਟੀਵੀ ਵੀ ਆ, ਸਾਰਾ ਕੁਝ ਆ, ਬਿਆਨ ਵੀ ਆ, ਤੇ ਉਹਨਾਂ 'ਤੇ ਕਾਰਵਾਈ ਕਿਉਂ ਨਹੀਂ? ਦੂਰੇ ਮਾਪਦੰਡ ਕਿਉਂ ਆ? ਇਹ ਚੀਜ਼ਾਂ ਲੋਕਾਂ ਦੇ ਜਿਹੜੀਆਂ ਹਿੱਤ ਨਾਲ ਜੁੜੀਆਂ ਜਾਂ ਮੁੱਦੇ ਨਾਲ ਜੁੜੀਆਂ
ਜਾਂ ਜਿਹੜੇ ਲੋਕਾਂ ਨੂੰ ਭਾਵਨਾਤਮਕ ਕਰਦੀਆਂ, ਜਿੱਥੇ ਵੋਟ ਪੋਲੀਟਿਕਸ ਖੜਦੀ ਆ, ਇਹ ਉੱਥੇ ਜਾ ਕੇ ਉਹਦਾ ਇਨਸਾਫ ਨਹੀਂ ਕਰਦੇ, ਕਿਉਂਕਿ ਇਹਨਾਂ ਨੇ ਉਹ ਵੋਟਾਂ ਦੇ ਵਿੱਚ ਮੁੱਦਾ ਗਰਮਾਉਣਾ ਹੁੰਦਾ ਤੇ ਵੋਟਾਂ ਮੰਗਣੀਆਂ ਹੁੰਦੀਆਂ, ਰਾਜਨੀਤੀ ਕਰਨੀ ਹੁੰਦੀ ਆ। ਪਰ ਅਸੀਂ ਇਹਦੇ ਉਲਟ ਤਾਂ ਚੱਲ ਰਹੇ ਹਾਂ। ਸਰਕਾਰ ਬਣੀ ਆ 3-4 ਮਹੀਨੇ ਦਾ ਸਮਾਂ ਹੋਇਆ, ਤਾਂ ਮੈਂ ਪੰਜਾਬ ਦੇ ਲੋਕਾਂ ਦਾ ਜਾਂ ਸਿੱਖ ਸੰਗਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਸਹਿਯੋਗ ਨਾਲ ਬਣਦੀ ਸਰਕਾਰ ਦੇ ਵਿੱਚ ਇਹ ਮੁੱਦਾ ਉਹਨਾਂ ਦੇ ਗਲੇ ਦੀ ਹੱਡੀ ਆ। ਨਹੀਂ, ਜਾਂਦੀ ਸਰਕਾਰ ਦਾ ਤਾਂ ਹੋਇਆ ਹੀ ਹੋਇਆ, ਪਰ ਇਹ ਬਣਦੀ ਸਰਕਾਰ ਦੇ ਵਿੱਚ ਆ। ਤਾਂ ਅੱਜ ਤੋਂ ਆਉਣ ਵਾਲੇ ਦਿਨਾਂ ਨੂੰ ਹਰ ਇੱਕ ਪੰਜਾਬ ਦਾ ਨੌਜਵਾਨ ਜਾਂ ਹਰ ਇੱਕ ਪਿੰਡਾਂ ਦੇ ਲੋਕ MLA ਨੂੰ ਪਿੰਡ ਵੜਨ 'ਤੇ ਪੁੱਛਿਆ ਕਰਨਗੇ ਵੀ ਤੁਸੀਂ ਬੇਅਦਬੀ ਦੇ ਮਸਲੇ ਦਾ ਹੱਲ ਕੀ ਕੀਤਾ। ਇੱਦਾਂ ਦੀ ਇੱਕ ਲੋਕਾਂ ਦੇ ਵਿੱਚ ਲਹਿਰ ਖੜੀ ਹੋ ਜਾਣੀ ਆ ਇੱਕ ਅੱਧੇ ਦਿਨ ਦੇ ਵਿੱਚ, ਦੇਖਿਓ ਤੁਸੀਂ। ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਹੀ ਕੋਰਟ ਦਾ ਫੈਸਲਾ ਆਂਦਾ ਉਸ ਤੋਂ ਬਾਅਦ ਉਹ ਕਰਦੇ ਨੇ ਪ੍ਰੈਸ ਕਾਨਫਰੰਸ ਕਰਦੇ ਕਿ ਸਾਨੂੰ ਤਾਂ ਕਲੀਨ ਚਿੱਟ ਮਿਲ ਗਈ। ਕੀ ਤੁਸੀਂ ਦੇਖਿਓ ਪ੍ਰੈਸ ਕਾਨਫਰੰਸ ਸੁਣੀਆ? ਕੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਲੀਨ ਚਿੱਟ ਮੰਨਦੇ ਆ? ਸਰਕਾਰ ਕਿਹਦੀ ਸੀਗੀ? ਜਿਹਦੀ ਸਰਕਾਰ ਦੇ ਵਿੱਚ ਹੋਇਆ ਹੋਵੇ ਉਹ ਦੋਸ਼ੀ ਆ। ਤੇ ਜੇ ਉਹ ਕਹਿੰਦੇ ਆ ਵੀ ਸਾਡੀ ਸਰਕਾਰ ਦੇ ਵਿੱਚ ਕੁਝ ਸਾਨੂੰ ਪਤਾ ਹੀ ਨਹੀਂ ਲੱਗਿਆ, ਤਾਂ ਫਿਰ ਉਹ ਗੱਲਾਂ ਕਿੱਥੇ ਗਈਆਂ ਜਿਹੜੇ ਕਹਿੰਦੇ ਸੀ ਵੀ ਸਾਨੂੰ ਸਾਰਾ ਕੁਝ ਹੀ ਚੱਲਦਾ ਦੀਂਦਾ, ਜਾਂ ਜਿਹੜੇ ਕਹਿੰਦੇ ਸੀਗੇ ਵੀ ਸਾਡੀ ਸਰਕਾਰ ਦੇ ਵਿੱਚ ਕੁਝ ਹੋ ਨਹੀਂ ਸਕਦਾ। ਸੋ ਇਹ ਚੀਜ਼ਾਂ ਦੁਨਿਆਵੀ ਤੌਰ ਤੇ ਬਚ ਸਕਦੇ ਆ, ਪਰ ਗੁਰੂ ਸਾਹਿਬ ਦੀ ਹਜ਼ੂਰੀ ਦੇ ਅੰਦਰੋਂ ਨਹੀਂ ਬਚ ਸਕਦੇ, ਉਹਦੀ ਨਿਗਾਹ ਦੇ ਅੰਦਰ ਨਹੀਂ ਬਚ ਸਕਦਾ ਕੋਈ ਵੀ ਆ। ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ। ਸਾਡੇ ਨਾਲ ਇਹ ਸੁਖਰਾਜ ਸਿੰਘ ਨਿਆਮੀ ਵਾਲਾ ਸੀਗੇ ਜੋ ਕਿ ਲਗਾਤਾਰ ਧਰਨੇ ਤੇ ਬੈਠੇ ਹੋਏ ਨੇ ਔਰ ਇਨਸਾਫ ਦੀ ਗੁਹਾਰ ਜਿਹੜੀ ਹੈ ਸਰਕਾਰ ਦੇ ਸਾਹਮਣੇ ਲਗਾਤਾਰ ਰੱਖ ਰਹੇ ਨੇ। ਪਿਛਲੇ 6 ਮਹੀਨਿਆਂ ਤੋਂ ਇਸੇ ਜਗ੍ਹਾ ਤੇ ਇਹ NH 54 ਤੇ ਇਹ ਲਗਾਤਾਰ ਧਰਨੇ ਤੇ ਮੌਜੂਦ ਨੇ ਔਰ ਇੱਕ ਦਿਨ ਵੀ ਜਿਹੜਾ ਹੈ ਆਪਣੇ ਘਰ ਦਾ ਮੂੰਹ ਨਹੀਂ ਦੇਖਿਆ, ਆਪਣੇ ਪਰਿਵਾਰ ਦਾ ਮੂੰਹ ਨਹੀਂ ਦੇਖਿਆ। ਬੱਚੇ ਬੁੱਚੇ ਕਿਵੇਂ ਮਿਲਦੇ ਤੁਹਾਨੂੰ? ਆ ਜਾਂਦੇ ਮਿਲਣ ਵਾਸਤੇ? ਨਹੀਂ, ਇੱਕ ਦੋ ਵਾਰੀ ਆਏ ਆ ਇੰਨੇ ਚਿਰ ਦੇ ਵਿੱਚ। ਬਿਲਕੁਲ। ਪਰਿਵਾਰ ਨੂੰ ਮਿਸ ਨਹੀਂ ਕਰਦੇ ਤੁਸੀਂ? ਦੇਖੋ, ਜਦੋਂ ਸਾਡੇ ਗੁਰੂ ਦੀ ਗੱਲ ਹੋਵੇ, ਫਿਰ ਜਿਹੜੇ ਗੁਰੂ ਨੇ ਸਾਨੂੰ ਗੁਰਤਾ ਗੱਦੀ ਜਾਂ ਸ਼ਬਦ ਗੁਰੂ ਦਿੱਤਾ, ਉਹਨੇ ਆਪਣਾ ਪਰਿਵਾਰ ਵਾਰ ਕੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ, ਤੇ ਉਹਦੇ ਅੰਗ ਗਲੀਆਂ 'ਚ ਖਿਲਾਰੇ ਗਏ ਹੋਣ ਤੇ ਅਸੀਂ ਘਰੇ ਬੈਠੇ ਰਹੀਏ, ਫਿਰ ਇਹ ਵੀ ਸਾਨੂੰ ਸ਼ੋਭਾ ਨਹੀਂ ਦਿੰਦਾ। ਫਿਰ ਇਹ ਵੀ ਸਾਡੇ ਸਿੱਖ ਹੋਣ ਤੇ ਮਤਲਬ ਇੱਕ ਕਲੰਕ ਹੈ। ਅਸੀਂ ਪਹਿਲਾਂ ਗੁਰੂ ਨੂੰ ਪਹਿਲ ਦੇ ਰਹੇ ਹਾਂ। ਬਹੁਤ ਧੰਨਵਾਦ ਜੀ। ਸੋ ਸੁਖਰਾਜ ਜੀ ਸਨ ਔਰ ਦੇਖਣਾ ਹੋਵੇਗਾ ਕਿ ਕੱਲ ਸਰਕਾਰ ਦੇ ਨੁਮਾਇੰਦੇ ਫੇਰ ਆਉਣਗੇ। ਆਮ ਆਦਮੀ ਪਾਰਟੀ ਦੀ ਸਰਕਾਰ ਨੇ 24 ਘੰਟਿਆਂ ਦਾ ਸਮਾਂ ਕਿਹਾ ਸੀਗਾ ਕਿ 24 ਘੰਟਿਆਂ ਦੇ ਵਿੱਚ ਅਸੀਂ ਇਸ ਮਾਮਲੇ ਨੂੰ ਪਹਿਲ ਦੇ ਆਧਾਰ ਤੇ ਅਸੀਂ ਨਿਪਟਾਵਾਂਗੇ ਔਰ ਅਕਸਰ ਉਹ ਆਪਣੀ ਕੈਂਪੇਨਿੰਗ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਬੋਲਦੇ ਸੀਗੇ। ਅਰਵਿੰਦ ਕੇਜਰੀਵਾਲ ਨੇ ਇਹ ਗੱਲ ਆਪਣੇ ਮੂੰਹੋਂ ਆਖੀ ਸੀ ਕਿ 24 ਘੰਟੇ ਦੇ ਵਿੱਚ ਹੱਲ ਕੀਤਾ ਜਾਵੇਗਾ ਬੇਅਦਬੀ ਅਤੇ ਗੋਲੀकांड ਦੇ ਮਾਮਲੇ ਨੂੰ। ਸੋ ਦੇਖਣਾ ਹੋਵੇਗਾ ਕਿ ਕੱਲ ਯਾਨੀ ਕਿ 10 ਜੁਲਾਈ ਨੂੰ ਸਰਕਾਰ ਦੇ ਲਿਫਾਫੇ ਦੇ ਵਿੱਚੋਂ ਕੀ ਫੈਸਲਾ ਆਉਂਦਾ ਹੈ।